ਆਪਣੇ ਨਾਲ ਅੱਜ ਦੋਨੋਂ ਬਾਈ ਜਸਪ੍ਰੀਤ ਸਿੰਘ ਹੁਣੀ ਤੇ ਮੈਂ ਜਸਵਿੰਦਰ ਸਿੰਘ। ਹਾਂਜੀ, ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਸਭ ਨਾਲੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਤਰੀਕ ਦੇ ਵਿੱਚ ਆਪਣੇ ਨਾਲ ਦੋਨੋਂ ਬਾਈ ਜਸਪ੍ਰੀਤ ਹੁਣੀ ਬੈਠੇ ਨੇ ਤੇ ਅਸੀਂ ਇੰਪੋਰਟੈਂਟ ਇਨਫੋਰਮੇਸ਼ਨ ਦੇਣੀ ਚਾਹੁੰਦੇ ਹੈਗੇ ਕਰੋਨਾ ਵਾਇਰਸ ਦੇ ਉੱਤੇ, ਕਿਉਂਕਿ ਜਿੰਨੇ ਵੀ ਇੱਥੇ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਬੈਠੇ ਹੈਗੇ ਨੇ ਉਹਨਾਂ ਦੇ ਲਈ ਕਈ ਫੈਸਿਲਿਟੀਜ਼ ਗਵਰਨਮੈਂਟ ਨੇ ਜਿਹੜੀਆਂ ਦਿੱਤੀਆਂ ਹੋਈਆਂ ਹੈਗੀਆਂ ਨੇ, ਕਈ ਐਪਲੀਕੇਬਲ ਹੁੰਦੀਆਂ ਨੇ ਤੇ ਕਈ ਨਹੀਂ ਹੁੰਦੀਆਂ ਤੇ ਉਹਦੇ ਬਾਰੇ ਤੁਹਾਨੂੰ ਅੱਜ ਕੁਝ ਇੰਪੋਰਟੈਂਟ ਗੱਲਾਂ ਦੱਸਣੀਆਂ ਚਾਹੁੰਦੇ ਆ। ਫੂਡ ਦੇ ਰਿਗਾਰਡਿੰਗ, ਕੰਮ ਦੇ ਰਿਗਾਰਡਿੰਗ, ਜਿਹੜੇ ਵੀ ਇੱਥੇ ਇਸ਼ੂਜ਼ ਚੱਲੇ ਨੇ ਜਾਂ ਜਿਹੜੇ ਵੀ ਇਸ਼ੂ ਸਟੂਡੈਂਟਸ ਵੱਲੋਂ ਉੱਠੇ ਗਏ ਨੇ, ਤੇ ਉਹਦੇ ਲਈ ਸਾਡੇ ਨਾਲ ਜਸਪ੍ਰੀਤ ਸਿੰਘ ਹੁਣੀ ਕੁਝ ਗੱਲਾਂ ਬਿਆਨ ਕਰਨਾ ਚਾਹੁੰਦੇ ਨੇ ਤੁਹਾਡੇ ਲਈ ਕਿ ਆਪਣੇ ਨਾਲ ਕਿਹੜੀਆਂ ਇਦਾਂ ਦੀਆਂ ਸੁਸਾਇਟੀਜ਼ ਹੈਗੀਆਂ ਨੇ ਜਿਹੜੀਆਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਫ੍ਰੀ ਫੰਡਸ ਜਾਂ ਫ੍ਰੀ ਕੁਝ ਚੀਜ਼ਾਂ ਪ੍ਰੋਵਾਈਡ ਕਰਾ ਸਕਦੀਆਂ ਨੇ ਤਾਂ ਕਿ ਉਹਨਾਂ ਦਾ ਰਹਿਣ ਸਹਿਣ ਤੇ ਉਹਨਾਂ ਦੀ ਕਾਲਜ ਲਾਈਫ ਪੜ੍ਹਾਈ ਸਾਰੀ ਸੌਖੀ ਹੋ ਜੇ। ਤੇ ਆਪਾਂ ਗੱਲ ਕਰਦੇ ਹੈਗੇ ਆ ਜਸਪ੍ਰੀਤ ਸਿੰਘ ਉਹਨਾਂ ਨਾਲ ਤੇ ਦੇਖਦੇ ਆ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੀ ਆਪਣੇ ਲਈ ਬਾਈ ਉਹਨਾਂ ਦੇ ਬਾਈ ਦੇ ਸਾਥੀਆਂ ਨੇ ਆਪਣੇ ਸਾਰੇ ਸਟੂਡੈਂਟਾਂ ਲਈ ਪ੍ਰੋਵਾਈਡ ਕੀਤੀ ਹੈਗੀ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ। ਤੇ ਜਿਹੜੀ ਜਿੱਦਾਂ ਹੁਣ ਵੀਰ ਜੀ ਉਹਨਾਂ ਨੇ ਗੱਲ ਕੀਤੀ ਕਿ ਜਿੱਦਾਂ ਜਿਹੜੀ ਹੁਣ ਸਰਕਾਰ ਦੇ ਵੱਲੋਂ ਜਿਹੜੀ ਏਡ ਮਿਲਦੀ ਆ, ਇੱਕ ਤਾਂ ਹੁੰਦੀ ਸੀਗੀ EI EMPLOYMENT ਇੰਸ਼ੋਰੈਂਸ ਹੈ ਨਾ, ਉਹਦੀਆਂ ਕਾਫੀ ਐਪਲੀਕੇਸ਼ਨ ਹੋ ਗਈਆਂ ਸਰਕਾਰ ਤੋਂ। ਉਸ ਤੋਂ ਬਾਅਦ ਉਹਨੇ CERP ਲਾਂਚ ਕੀਤੀ ਸੀਗੀ ਕਿ $2000 ਪਰ ਮੰਥ ਮਿਲਣਾ, ਪਰ ਉਦੋਂ ਕਾਫੀ ਚਿੰਤਾ ਸੀਗੀ ਖਾਸ ਤੌਰ ਤੇ ਸਟੂਡੈਂਟ ਵੀਰਾਂ ਭੈਣਾਂ ਨੂੰ ਕਿ ਜਿਹਨੇ ਕੰਮ ਕੀਤਾ ਪਰ ਉਹ ਸਟੂਡੈਂਟ ਨੇ ਜਾਂ ਵਰਕ ਪਰਮਿਟ ਤੇ ਨੇ ਤੇ ਕੀ ਉਹਨਾਂ ਨੂੰ ਇਹ ਸਹੂਲਤ ਮਿਲੂਗੀ। ਤੇ ਹੁਣ ਲਾਸਟ ਵੀਕ ਹੀ ਉਹਨੇ ਕਲੀਅਰ ਕੀਤਾ ਸੀਗਾ ਕਿ ਜਿਹਨੇ ਵੀ $5000 ਦਾ ਲਾਸਟ ਈਅਰ ਪਿਛਲੇ 1 ਸਾਲ ਦੇ ਵਿੱਚ ਪਿਛਲੇ ਲਾਸਟ ਕੈਲੰਡਰ ਈਅਰ ਦੇ ਵਿੱਚ ਕੰਮ ਕੀਤਾ $5000 ਦਾ, ਉਹ ਐਲੀਜੀਬਲ ਹੈਗੇ। ਉਹਨਾਂ ਦੀਆਂ ਹੋਰ ਵੀ ਕਈ ਸ਼ਰਤਾਂ ਹੈਗੀਆਂ, ਮਤਲਬ ਕਿ ਸਟੂਡੈਂਟ ਐਲੀਜੀਬਲ ਹੈਗੇ ਨੇ ਉਹਦੇ ਲਈ। ਤੇ ਉਸ ਤੋਂ ਇਲਾਵਾ ਜਿਹੜੀ ਹੁਣ ਅਗਲੀ ਚੀਜ਼ ਆ ਕਿ ਇੱਥੋਂ ਦੀਆਂ ਹੁਣ ਕਈ ਆਰਗੇਨਾਈਜੇਸ਼ਨਾਂ ਸੁਸਾਇਟੀਆਂ ਅੱਗੇ ਆਈਆਂ ਨੇ ਵਿਦਿਆਰਥੀ ਵੀਰਾਂ ਭੈਣਾਂ ਦੇ ਲਈ। ਤੇ ਜੇ ਕਿਸੇ ਨੂੰ ਗਰੋਸਰੀ ਚਾਹੀਦੀ ਆ ਜਾਂ ਫੂਡ ਚਾਹੀਦਾ ਉਹਨਾਂ ਦੀ ਹੈਲਪ ਲਈ, ਕਿਉਂਕਿ ਦਰਅਸਲ ਗੱਲ ਇਦਾਂ ਸੀਗੀ ਕਿਉਂਕਿ ਜਿਹੜੇ ਸਟੂਡੈਂਟ ਵੀਰ ਭੈਣਾਂ ਨੇ ਹਨਾ, ਇਹ ਕਾਫੀ ਵਲਨਰੇਬਲ ਨੇ ਇਸ ਚੀਜ਼ ਦੇ ਲਈ। ਕਿਉਂਕਿ ਜਿੱਦਾਂ ਹੁਣ ਕਈਆਂ ਦੇ ਲਾਸਟ ਸਮੈਸਟਰ ਚੱਲਦਾ ਸੀਗਾ ਇਸ ਵੇਲੇ, ਉਹ ਕੰਮ ਨਹੀਂ ਸੀ ਕਰ ਰਹੇ। ਉਹ ਇਸ ਕਰਕੇ ਨਹੀਂ ਸੀ ਕਰ ਰਹੇ, ਉਹ ਸੋਚਦੇ ਸੀਗੇ ਕਿ ਹੁਣ ਸਾਡਾ ਲਾਸਟ ਸਮੈਸਟਰ ਆ, ਜਦੋਂ ਸਾਡਾ ਪੜ੍ਹਾਈ ਡਨ ਹੋਈ ਬਾਅਦ ਚੋਂ ਕੰਮ ਕਰ ਲਾਂਗੇ, ਕੋਈ ਕਿਸੇ ਦੇ ਕੋਲ ਸੇਵਿੰਗ ਨਹੀਂ ਸੀਗੀ। ਤੇ ਹੁਣ ਜਦੋਂ ਦਾ ਲੋਕਡਾਊਨ ਹੋਇਆ ਕੰਮ ਸਾਰੇ ਬੰਦ ਹੋ ਗਏ ਤੇ ਉਹਨਾਂ ਦੇ ਕੋਲ ਮਤਲਬ ਕੋਈ ਮਨੀ ਹੈ ਨਹੀਂ ਸੀ ਉਹਨਾਂ ਦੇ ਕੋਲ। ਉਹਨਾਂ ਨੂੰ ਪਤਾ ਨਹੀਂ ਰੈਂਟ ਕਿਵੇਂ ਦੇਣਾ, ਅਸੀਂ ਆਪਣਾ ਗਰੋਸਰੀ ਦਾ ਕਿਵੇਂ ਚਲਾਵਾਂਗੇ। ਇਸ ਕਰਕੇ ਕਈ ਆਰਗੇਨਾਈਜੇਸ਼ਨਾਂ ਸਾਹਮਣੇ ਆਈਆਂ ਸੀਗੀਆਂ। ਸਭ ਤੋਂ ਪਹਿਲਾਂ ਜਿੱਦਾਂ ਮੇਨ ਖਾਲਸਾ ਏਡ ਆ, ਉਹਨੇ ਇੱਥੋਂ ਦੀਆਂ ਮੇਨ ਸ਼ਹਿਰਾਂ ਦੇ ਵਿੱਚ ਯੂਨਿਟ ਬਣਾਏ ਹੋਏ ਆ। ਉਹ ਚਾਹੇ ਤੁਸੀਂ ਉਹਨਾਂ ਦੇ ਕੋਲੋਂ ਜਾ ਕੇ ਪਿਕ ਕਰ ਸਕਦੇ ਹੋ ਆਪਣਾ ਉਹਨਾਂ ਦਾ ਗਰੋਸਰੀ ਦੇ ਜਿੱਦਾਂ ਪੈਕ ਬਣਾ ਕੇ ਵੀਕ 2 ਵੀਕ ਦੇ ਉਹ ਦਿੰਦੇ ਨੇ। ਤੇ ਓਨਟਾਰੀਓ ਸਿੱਖਣ ਗੁਰਦੁਆਰਾ ਕੌਂਸਲ ਐਂਡ ਖਾਲਸਾ ਏਡ ਨੇ ਰਲ ਕੇ ਇਹ ਬਣਾਇਆ, ਮਤਲਬ ਕੰਮ ਕਰ ਰਹੇ ਨੇ। ਤੇ ਇੱਕ ਪੰਜਾਬੀ ਫੂਡ ਸੇਵਾ ਕਰਕੇ ਆਰਗੇਨਾਈਜੇਸ਼ਨ, ਤੁਸੀਂ ਉਹਨਾਂ ਦਾ ਸਰਚ ਕਰ ਲਿਓ ਫੇਸਬੁੱਕ ਤੇ, ਉਹ ਵੀ ਡਿਲੀਵਰ ਕਰਦੇ ਨੇ ਫੂਡ। ਤੇ ਇਸ ਤੋਂ ਇਲਾਵਾ ਜਿਹੜਾ ਆਪਣੇ ਗੁਰੂ ਘਰ ਨੇ, ਜਿਹੜੇ ਸਾਰੇ ਗੁਰੂ ਘਰਾਂ ਦੇ ਵਿੱਚ ਲੰਗਰ ਸਰਵਿਸ ਸੇਵਾ ਚੱਲਦੀ ਆ ਲੰਗਰ ਦੀ, ਪਰ ਉਹ ਜਿੱਦਾਂ ਬਾਹਰੋਂ ਤੁਸੀਂ ਉਹ ਪੈਕ ਕਰਕੇ ਦੇ ਰਹੇ ਨੇ ਪੈਕੇਜ ਕਿ ਤੁਸੀਂ ਇੱਦਾਂ ਲੈ ਜਾਓ ਹਨਾ। ਤੇ ਉਸ ਤੋਂ ਇਲਾਵਾ ਮੈਨੂੰ ਪਰਸੋਂ ਇੱਕ ਵੀਰ ਉਹਨਾਂ ਦੀ ਕਾਲ ਆਈ ਸੀਗੀ, ਉਹ ਸੀਗੇ ਰੈਪਿਡ ਐਕਸੈਸ ਮੈਡੀਕਲ RAM ਕਰਕੇ, ਇਹਨਾਂ ਦੀ ਵੈਬਸਾਈਟ ਵੀ ਆ ਇਹ ਰੈਪਿਡ ਐਕਸੈਸ ਮੈਡੀਕਲ, ਤੁਸੀਂ ਗੂਗਲ ਤੇ ਸਰਚ ਕਰ ਲਿਓ। ਇਹਨਾਂ ਦੀ ਵੈਬਸਾਈਟ ਤੇ ਜਾ ਕੇ ਜਿੱਦਾਂ ਜੇ ਕਿਸੇ ਨੂੰ ਕੋਈ ਮੈਡੀਕਲ ਹੈਲਥ ਇਸ਼ੂ ਆ, ਕੋਈ ਪ੍ਰੋਬਲਮ ਆ ਰਹੀ ਆ, ਤੇ ਉਹ ਤੁਸੀਂ ਇਹਨਾਂ ਨੂੰ ਕਾਲ ਕਰਕੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜਾਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਹਨਾਂ ਨੂੰ ਆਪਣੀ ਬਿਮਾਰੀ ਦੱਸ ਦਿਓ ਤੇ ਉਹ ਤੁਹਾਨੂੰ ਆਨਲਾਈਨ ਪ੍ਰਿਸਕ੍ਰਿਪਸ਼ਨ ਦਿੰਦੇ ਆ। ਕਿਉਂਕਿ ਤੁਹਾਨੂੰ ਪਤਾ ਇੱਥੇ ਵਿਦਆਊਟ ਪ੍ਰਿਸਕ੍ਰਿਪਸ਼ਨ ਦਵਾਈ ਤਾਂ ਮਿਲਦੀ ਨਹੀਂ, ਪਰ ਉਹ ਤੁਹਾਨੂੰ ਆਨਲਾਈਨ ਇਸ਼ੂ ਕਰਦੇ ਆ। ਤੇ ਸਟੂਡੈਂਟਸ ਵਾਸਤੇ ਉਹ ਕਹਿੰਦੇ ਫ੍ਰੀ ਆਫ ਕਾਸਟ ਆ, ਅਸੀਂ ਕਹਿੰਦੇ ਪੈਸੇ ਨਹੀਂ ਲਵਾਂਗੇ। ਹਾਲਾਂਕਿ ਤਾਂ ਆਨਲਾਈਨ ਉੱਤੇ ਰੇਟ ਸ਼ੋਅ ਕਰਦਾ, ਮੈਂ ਵੈਬਸਾਈਟ ਉਹਨਾਂ ਦੀ ਖੋਲ੍ਹੀ ਸੀਗੀ, ਪਰ ਉਹ ਕਹਿੰਦੇ ਕਿ ਤੁਸੀਂ ਮਤਲਬ ਸਾਨੂੰ ਦੱਸ ਦਿਓ ਕਿ ਅਸੀਂ ਇੱਦਾਂ ਵਿਦਿਆਰਥੀ ਹਾਂ ਤੇ ਉਹਨਾਂ ਨੂੰ ਨਹੀਂ ਉਹ ਚਾਰਜ ਕਰ ਰਹੇ, ਉਹ ਐਜ਼ ਸੇਵਾ ਕਰ ਰਹੇ ਆ। ਤੇ ਜਿਹੜੀਆਂ ਲੋਕੇਸ਼ਨਾਂ ਨੇ ਜਿੱਥੋਂ ਤੁਸੀਂ ਫੂਡ ਪਿਕਅਪ ਕਰ ਸਕਦੇ ਹੋ, ਗਰੋਸਰੀ ਜਿੱਥੋਂ ਤੁਸੀਂ ਪਿਕਅਪ ਕਰ ਸਕਦੇ ਹੋ, ਤੇ ਉਹ ਹੈਗੀ ਇੱਕ ਸਕਾਰਬਰੋ ਗੁਰੂ ਘਰ, ਰਿਵਾਲਡਾ ਰੋਡ ਵਾਲੇ ਗੁਰੂ ਘਰ, ਇੱਕ ਕਿਚਨਰ ਗੁਰਦੁਆਰਾ ਸਾਹਿਬ। ਮੈਂ ਵੀਰ ਨੂੰ ਇਨਫੋਰਮੇਸ਼ਨ ਭੇਜ ਦੂੰਗਾ, ਇਹ ਡਿਸਕ੍ਰਿਪਸ਼ਨ ਵਿੱਚ ਪਾ ਦੇਣਗੇ ਹਨਾ, ਤੇ ਤੁਹਾਨੂੰ ਉੱਥੋਂ ਐਡਰੈਸ ਪਤਾ ਲੱਗ ਜਾਊਗਾ ਜਾਂ ਉਹਨਾਂ ਦਾ ਕੰਟੈਕਟ ਮਿਲ ਜੂ ਕਿ ਤੁਸੀਂ ਕਿੱਥੋਂ ਇਹ ਗਰੋਸਰੀ ਆਪਣੀ ਪਿਕ ਕਰ ਸਕਦੇ ਹੋ। ਮੈਨੂੰ ਲੱਗਦਾ ਵੀਕ ਜਾਂ 2 ਵੀਕ ਦੀ ਇਕੱਠੀ ਕਰਕੇ ਦੇ ਦਿੰਦੇ। ਇੱਕ ਸਪਰੈਂਜ਼ਾ ਬੈਂਕਟ ਹਾਲ ਵੀ ਹੈਗਾ ਖਾਲਸਾ ਏਡ ਦਾ, ਉਹਨਾਂ ਦਾ ਉੱਥੇ ਸਾਰਾ ਸਮਾਨ ਹੁੰਦਾ। ਤੇ ਉਸ ਤੋਂ ਇਲਾਵਾ ਬਾਕੀ ਤੁਸੀਂ ਜਿੱਦਾਂ ਜੇ ਤੁਸੀਂ
ਰੈਕਸਡੇਲ ਏਰੀਆ 'ਚ ਰਹਿੰਦੇ ਹੋ ਤਾਂ ਮਾਰਟਨ ਗੁਰੂ ਘਰ ਆ, ਤੇ ਰੈਕਸਡੇਲ ਵਾਲਾ ਗੁਰੂ ਘਰ ਆ ਸਪਿਰਿਚੁਅਲ ਸੈਂਟਰ, ਉੱਥੇ ਉਹ ਆਲਰੇਡੀ ਉਹਨੇ ਫੂਡ ਪੈਕ ਕਰਕੇ ਮੇਰੇ ਰੱਖਿਆ ਹੋਇਆ, ਤੇ ਜਿਹੜਾ ਕੋਈ ਆਉਂਦਾ ਤੇ ਉਹਨਾਂ ਨੂੰ ਉਹ ਨਾਲ ਮਤਲਬ ਦੇ ਰਹੇ ਨੇ ਫੂਡ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਗੁਰੂ ਘਰਾਂ ਦੀ ਲੋਕੇਸ਼ਨਾਂ ਹੈਗੀਆਂ ਨੇ ਪ੍ਰੋਪਰ, ਮੈਂ ਤੁਹਾਨੂੰ ਸਾਰਿਆਂ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੇ ਆਪਣਾ ਐਡਰੈਸ ਪਾ ਦੂੰਗਾ। ਤੁਸੀਂ ਕੋਈ ਵੀ ਜਾਣੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਆ ਤਾਂ ਤੁਸੀਂ ਉਹਨਾਂ ਦੇ ਕੋਲ ਜਾ ਕੇ ਆਪਣਾ ਸਮਾਨ ਵਗੈਰਾ ਲੈ ਸਕਦੇ ਆ। ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਬਾਈ ਉੱਦਾਂ ਬਾਈ ਉਹਨਾਂ ਦਾ ਜਿਹੜਾ ਗਰੁੱਪ ਦਾ ਪੇਜ ਹੈਗਾ ਆ ਸਿੱਖ ਸਟੂਡੈਂਟ ਐਸੋਸੀਏਸ਼ਨ, ਉਹਦੇ ਵਿੱਚ ਇੰਸਟਾਗ੍ਰਾਮ ਤੇ ਤੁਸੀਂ ਉਹਨਾਂ ਨੂੰ ਫੋਲੋ ਕਰ ਸਕਦੇ ਆ ਤਾਂ ਕਿ ਉਹਨਾਂ ਨੂੰ ਜਿਹੜੀ ਵੀ ਅਪਡੇਟ ਹੋਵੇ ਕੋਈ ਵੀ ਫੂਡ ਦੀ, ਲੰਗਰ ਦੀ, ਹੋਰ ਕਿਤੇ ਸੇਵਾ ਦੀ ਜਾਂ ਵਲੰਟੀਅਰ ਵਰਕ ਦੀ, ਉਹ ਸਾਰਾ ਅਪਡੇਟ ਕਰਦੇ ਨੇ। ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਟਿਫਨ ਸਰਵਿਸ ਵਾਲੀ ਬਣਾਈ ਸੀਗੀ, ਉਹਦਾ ਲਿੰਕ ਵੀ ਤੁਸੀਂ ਉੱਪਰ ਡਿਸਕ੍ਰਿਪਸ਼ਨ 'ਚ ਦੇ ਸਕਦੇ ਆ। ਤੇ ਉਦੋਂ ਵੀ ਬਾਈ ਉਹਨਾਂ ਨੇ ਕਲੀਅਰ ਕੀਤਾ ਸੀਗਾ ਵੀ ਅਸੀਂ ਇੱਥੇ ਬੇਸਮੈਂਟ ਦੇ ਲਈ ਵੀ ਲੋਕਾਂ ਨੂੰ ਪ੍ਰੋਵਾਈਡ ਕਰਦੇ ਹੈਗੇ ਆ, ਜੇ ਕੋਈ ਸਟੂਡੈਂਟ ਨਵਾਂ ਆਉਂਦਾ ਹੈਗਾ ਆ, ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਤੇ ਉਸ ਤੋਂ ਇਲਾਵਾ ਕੋਈ 에ਅਰਪੋਰਟ ਪਿਕਅਪ ਆਪਾਂ ਬਾਈ ਹੁਣੀ ਕਰਦੇ ਹੈਗੇ ਨੇ, ਵੀ ਜੇ ਕਿਸੇ ਦਾ ਬੰਦਾ ਇੱਥੇ ਰਿਲੇਟਿਵ ਨਹੀਂ ਹੈਗਾ ਜਾਂ ਫਰੈਂਡ ਸਰਕਲ ਗੁੱਡ ਨਹੀਂ ਹੈਗਾ ਜਾਂ ਫਰੈਂਡ ਸਰਕਲ ਹੈ ਨਹੀਂਗਾ, ਤੇ ਸਪੈਸ਼ਲ ਬਾਈ ਹੁਣੀ ਉਹਨੂੰ 에ਅਰਪੋਰਟ ਪਿਕਅਪ ਕਰੂਗੇ ਫ੍ਰੀ ਆਫ ਚਾਰजेस ਜਾਂ ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗੇ। ਕਿਉਂਕਿ ਇੱਥੇ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਆਪਣਾ ਕੰਮ ਛੱਡ ਕੇ ਜਾਂ ਕਿਸੇ ਦੇ ਲਈ ਟਾਈਮ ਨਹੀਂ ਕੱਢਦਾ ਹੈ। ਸੀਗੀਆਂ ਸਰਕਾਰ ਨੇ ਸਰਕਾਰੀ ਐਪਲੀਕੇਸ਼ਨਾਂ ਜਾਰੀ ਕੀਤੀਆਂ ਤੇ ਉਹ ਵੀ ਹਲੇ ਕੁਝ ਅਪਡੇਟ ਨਹੀਂ ਹੋਇਆ। ਬਾਈ ਜੀ ਚਾਨਣਾ ਪਾਓ ਉਹਦੇ ਉੱਤੇ ਵੀ ਤੁਸੀਂ ਥੋੜਾ ਜਿਹਾ। ਹਾਂਜੀ, ਫੀਸ ਮਾਫੀ ਦਾ ਕਈ ਇੱਥੋਂ ਦੇ ਕਾਲਜ ਯੂਨੀਵਰਸਿਟੀਆਂ ਨੇ ਇਹ ਗੱਲ ਤੋਰੀ ਸੀਗੀ ਕਿ ਅਸੀਂ ਸਟੂਡੈਂਟਸ ਨੂੰ ਏਡ ਦੇਵਾਂਗੇ, ਤੇ ਇੱਕ ਕਾਲਜ ਨੇ 700-800 ਡਾਲਰ ਦਾ ਵਾਅਦਾ ਕੀਤਾ ਸੀਗਾ, ਇੱਕ ਨੇ $1500 ਦਾ, ਪਰ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇੰਨੀਆਂ ਸਾਰੀਆਂ ਐਪਲੀਕੇਸ਼ਨਾਂ ਹੋਊਗੀਆਂ। ਉਹਨਾਂ ਦੀਆਂ ਐਪਲੀਕੇਸ਼ਨਾਂ ਬਹੁਤ ਹੋ ਗਈਆਂ, ਇਸ ਕਰਕੇ ਉਹਨਾਂ ਨੇ ਉਹ ਵੀਕ 2 ਵੀਕਾਂ ਦੇ ਲਈ ਉਹ ਆਪਣਾ ਡਿਸੀਜਨ ਪੈਂਡਿੰਗ ਕੀਤਾ ਹੈ ਕਿ ਅਸੀਂ ਹੁਣ ਇੰਨਿਆਂ ਨੂੰ ਦੇ ਪਾਵਾਂਗੇ ਜਾਂ ਨਹੀਂ ਦੇਵਾਂਗੇ। ਹਾਲੇ ਉਹਨਾਂ ਦਾ ਮਤਲਬ ਕੋਈ ਸੋਲੂਸ਼ਨ ਨਹੀਂ ਆਇਆ ਉਸ ਚੀਜ਼ ਦਾ, ਤੇ ਮਤਲਬ ਵੀਕ 2 ਵੀਕ 'ਚ ਪਤਾ ਲੱਗੂਗਾ। ਵੈਸੇ ਅਸੀਂ ਵੀ ਗੱਲ ਤੋਰ ਰਹੇ ਹਾਂ, ਗੱਲ ਕਰ ਰਹੇ ਹਾਂ ਕਿ ਜਿਹੜੇ ਇੱਥੋਂ ਦੇ ਕਾਲਜ ਨੇ, ਜਿਹੜੇ ਹੁਣ ਮਾਰਚ ਦੇ ਫਸਟ ਵੀਕ ਤੋਂ ਲਗਭਗ ਸਾਰੇ ਕਾਲਜ ਬੰਦ ਹਨ, ਤੇ ਮਤਲਬ 4 ਮਹੀਨੇ ਦਾ ਸਮੈਸਟਰ ਹੁੰਦਾ, 2 ਮਹੀਨੇ ਕਲਾਸਾਂ ਲੱਗੀਆਂ ਹੁੰਦੀਆਂ, 2 ਮਹੀਨੇ ਕਲਾਸਾਂ ਨਹੀਂ ਲੱਗੀਆਂ। ਤੇ ਆਪਾਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲ ਤੋਰਨ ਦੀ, ਕਿ ਜਿਹੜੀ ਉਹ ਜਿੱਦਾਂ ਹੁਣ ਬਿਲਡਿੰਗ ਫੰਡ ਹੁੰਦੇ ਆ, ਹੋਰ ਮਤਲਬ ਕਾਫੀ ਹੁੰਦਾ ਇਹਨਾਂ ਦੇ ਫੰਡ, ਜਿਵੇਂ ਲਾਇਬ੍ਰੇਰੀਜ਼ ਵਗੈਰਾ ਹੋ ਗਈਆਂ, ਲਾਇਬ੍ਰੇਰੀ ਆਪਾਂ ਦੀ ਯੂਜ਼ ਕਰਦੇ ਹਾਂ, ਜਿਮਨੇਜ਼ੀਅਮ ਦੀਆਂ ਹੁੰਦੀਆਂ ਆ, ਮਤਲਬ ਏਦਾਂ ਕਰਕੇ ਕਾਫੀ ਫੀਸ ਹੁੰਦੀ ਆ ਕਿ ਐਟਲੀਸਟ ਜੇ ਉਹ ਵਾਪਸ ਕਰ ਸਕਣ ਸਟੂਡੈਂਟਸ ਨੂੰ, ਕਿਉਂਕਿ ਇਹਦੇ ਨਾਲ ਕਾਫੀ ਉਹਨਾਂ ਦੀ ਹੈਲਪ ਹੋ ਸਕਦੀ ਆ। ਤੇ ਇਸ ਤੋਂ ਇਲਾਵਾ ਬਾਕੀ ਜਿੱਦਾਂ ਹੁਣ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਆਰਗੇਨਾਈਜੇਸ਼ਨਾਂ ਜਿਹੜੀਆਂ ਫੂਡ ਪ੍ਰੋਵਾਈਡ ਕਰ ਰਹੀਆਂ, ਤੇ ਜੇ ਤੁਹਾਨੂੰ ਲੱਗਦਾ ਕਿ ਜਿੱਦਾਂ ਜੇ ਤੁਸੀਂ ਦੂਰ ਰਹਿ ਰਹੇ ਹੋ ਤੇ ਤੁਸੀਂ ਇੱਥੇ ਤੱਕ ਉਹਨਾਂ ਤੱਕ ਨਹੀਂ ਪਹੁੰਚ ਸਕਦੇ, ਜਾਂ ਫਿਰ ਉਹਨਾਂ ਨੂੰ ਕਈ ਵਾਰ ਹੁਣ ਜਿੱਦਾਂ ਤੁਹਾਨੂੰ ਲਾਸਟ ਵੀਕ ਦੀ ਗੱਲ ਆ ਕਿ ਨਾਇਗਰਾ ਤੋਂ ਭੈਣਾਂ ਦਾ ਫੋਨ ਆਇਆ ਸੀਗਾ, ਉਹ ਕਹਿੰਦੀ ਆ ਕਿ ਮਤਲਬ ਸਾਨੂੰ ਇੱਦਾਂ ਗਰੋਸਰੀ ਚਾਹੀਦੀ ਆ ਹੈ, ਤੇ ਅਸੀਂ ਫਿਰ ਇੱਧਰੋਂ ਪਿਕ ਕਰਕੇ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਮਤਲਬ ਤੁਹਾਡੇ ਤੱਕ ਪਹੁੰਚਦੀ ਕਰ ਦੇਵਾਂਗੇ। ਮਤਲਬ ਜੇ ਤੁਸੀਂ ਥੋੜ੍ਹਾ ਜਿਹਾ ਰਿਮੋਟ ਏਰੀਆ ਵਿੱਚ ਰਹਿ ਰਹੇ ਹੋ, ਜਿੱਥੇ ਤੁਹਾਨੂੰ ਲੱਗਦਾ ਕਿ ਤੁਸੀਂ ਇੱਥੇ ਤੱਕ ਨਹੀਂ ਆ ਸਕਦੇ, ਤੇ ਅਸੀਂ ਵੀ ਤੁਹਾਡੇ ਤੱਕ ਉਹ ਡਿਲੀਵਰ ਕਰ ਦਾਂਗੇ, ਸਾਡੇ ਵਲੰਟੀਅਰਸ ਤੁਹਾਡੇ ਤੱਕ ਪਹੁੰਚਦਾ ਕਰ ਦੇਣਗੇ ਉਹ ਸਾਰਾ ਫੂਡ ਜਾਂ ਗਰੋਸਰੀ ਦਾ ਜਿਹੜਾ ਵੀ ਪੈਕੇਜ ਹੈਗਾ। ਤੇ ਉਸ ਤੋਂ ਇਲਾਵਾ ਵੀ ਜਿਵੇਂ ਮੇਰੀ ਪਿਛਲੀ ਵੀਡੀਓ ਦੇ ਵਿੱਚ ਕਈਆਂ ਵੀਰਾਂ ਭੈਣਾਂ ਦਾ ਮੈਸੇਜ ਆਇਆ ਕਿ ਅਸੀਂ ਮੌਂਟਰੀਅਲ ਰਹਿੰਦੇ ਹੈਗੇ ਆ, ਜਾਂ ਆਪਾਂ ਨਾਇਗਰਾ ਔਕਵਿਲ ਜਿਹੜੇ ਹੁਣ ਜਿਵੇਂ ਦੂਰ ਵਾਲੇ ਸ਼ਹਿਰ ਹੈਗੇ ਨੇ, ਉਹਦੇ ਵਿੱਚ ਕਿਸੇ ਨੂੰ 에ਅਰਪੋਰਟ ਸਰਵਿਸ ਜਿਹੜੀ ਪਿਕਅਪ ਹੈਗੀ ਆ, ਤੇ ਜਿਵੇਂ ਆਪਣਾ ਫੂਡ ਸੇਵਾ, ਪਿਛਲੀ ਵੀਡੀਓ ਦੇ ਵਿੱਚ ਆਪਾਂ ਟਿਫਨ ਸੇਵਾ ਦੀ ਗੱਲ ਕੀਤੀ ਸੀਗੀ, ਜੇ ਕਿਸੇ ਨੂੰ ਉੱਥੇ ਤੱਕ ਪਹੁੰਚਾਉਣਾ ਹੋਵੇ ਉਹਦੇ ਲਈ ਆਪਣੇ ਕੋਈ ਸੋਲੂਸ਼ਨ ਜਾਂ ਕੋਈ ਹੀਲਾ। ਹਾਂਜੀ, ਮੌਂਟਰੀਅਲ ਤੋਂ ਪਹਿਲਾਂ ਹੁਣ ਤੁਸੀਂ ਮੌਂਟਰੀਅਲ ਮੈਨੂੰ ਇੱਕ ਹੋਰ ਯਾਦ ਆਈ ਕਿ ਸਿੱਖ ਵਿਜ਼ਨ ਕਰਕੇ ਆਰਗੇਨਾਈਜੇਸ਼ਨ ਆ, ਉਹ ਮੌਂਟਰੀਅਲ ਦੇ ਵਿੱਚ ਫੂਡ ਡਿਲੀਵਰ ਕਰ ਰਹੇ ਆ, ਗਰੋਸਰੀ ਡਿਲੀਵਰ ਕਰ ਰਹੇ ਆ। ਜੇ ਤੁਸੀਂ ਮੌਂਟਰੀਅਲ ਦੇ ਵਿੱਚ ਹੋ ਤਾਂ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਹੁਣ ਅਸੀਂ ਜਿੱਦਾਂ GTA ਏਰੀਆ ਦੇ ਵਿੱਚ, GTA ਤੋਂ ਹੁਣ ਮੌਂਟਰੀਅਲ ਜਾਣਾ ਔਖਾ ਕਿਉਂਕਿ ਬਾਰਡਰ ਨਹੀਂ ਕ੍ਰੋਸ ਕਰਨ ਦੇ ਰਹੇ ਪ੍ਰੋਵਿੰਸ ਦਾ, ਰਾਈਟ। ਤੇ ਮਤਲਬ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਜਾਂ ਤੁਸੀਂ ਆਪਣੀਆਂ ਲੋਕਲ ਲਗਭਗ ਹਰੇਕ ਸ਼ਹਿਰ ਦੇ ਵਿੱਚ ਆਰਗੇਨਾਈਜੇਸ਼ਨਾਂ ਬਣੀਆਂ ਚੈਰਿਟੀ ਦੀਆਂ ਜਿਹੜੀਆਂ ਇੰਨੀ ਦਿਨੀ ਹੈਲਪ ਕਰ ਸਕਦੀਆਂ। ਤੇ ਦੂਜੀ ਤੁਸੀਂ ਗੱਲ ਕਹਿੰਦੇ ਸੀਗੇ ਪਿਕਅਪ ਵਗੈਰਾ ਦੀ, ਜਿੱਦਾਂ ਹੁਣ ਜਿਵੇਂ ਅੱਜ ਦੀ ਡੇਟ ਦੇ ਵਿੱਚ ਤਾਂ ਸਾਰਾ ਸਲੋ ਹੀ ਹੈਗਾ, ਕੋਈ ਫਲਾਈਟਾਂ ਨਹੀਂ ਆ ਰਿਹਾ, ਪਰ ਜੇ ਉਹਨੇ ਮੋਸਟਲੀ ਜਿੱਦਾਂ ਹੁਣ ਜਿਹੜੀਆਂ ਫਲਾਈਟਸ ਹੁੰਦੀਆਂ ਉਹਦਾ ਇੱਥੇ ਪੀਅਰਸਨ 에ਅਰਪੋਰਟ ਹੀ ਉਤਰਦੀਆਂ ਆਪਣੇ ਇੱਥੇ ਜਿਹੜਾ ਟੋਰਾਂਟੋ ਹੈਗਾ। ਹਾਂਜੀ, ਤੇ ਜਿੱਦਾਂ ਹੁਣ ਮੋਸਟਲੀ ਹੁਣ ਜਿੱਦਾਂ ਹੁਣ ਸਾਡੇ ਕੋਲ ਵੀ ਕਈ ਮਤਲਬ ਵੀਰ ਅੱਗੇ ਸਾਡੇ ਕੋਲ ਰਹਿ ਕੇ ਗਏ ਆ, ਸਾਰਨੀਆ ਕਾਲਜ ਦੇ ਜਾਂ ਸੁਜ਼ਨ ਮੈਰੀ ਦੇ,
ਉਹ ਇਦਾਂ ਹੁਣ ਮਤਲਬ ਜਦੋਂ ਆਉਂਦੇ ਆ ਇਹਨਾਂ ਨੂੰ ਵੀ ਪਿਕ ਕਰ ਲਈਦਾ 1-2 ਦਿਨ ਜਾਂ 2-4 ਦਿਨ ਨੂੰ ਨਹੀਂ ਜਿੰਨੇ ਦਿਨ ਰਹਿਣਾ ਹੁੰਦਾ ਉੱਥੇ ਰਹਿ ਕੇ ਮਤਲਬ ਜਾਂ ਸਾਡੇ ਕੋਲ ਅਸੀਂ ਉਹਨਾਂ ਦਾ ਕਰ ਦਾਂਗੇ ਜਾਂ ਹੋਰ ਸਾਡੇ ਕੰਟੈਕਟ ਵਿੱਚ ਜੇ ਕਿਤੇ ਕੋਈ ਸਪੇਸ ਹੁੰਦੀ ਆ ਨਾ ਫ੍ਰੀ ਆਫ ਕਾਸਟ ਸੇਵਾ ਦੇ ਵਿੱਚ ਨਾ ਸਾਡੇ ਨਾਲ ਉੱਦਾਂ ਦੇ ਸਾਰੇ ਜੁੜੇ ਹੋਏ ਆ ਵੀਰ ਭੈਣ ਤੇ ਉਹਨਾਂ ਦੇ ਰਹਿਣ ਦਾ ਆਪਾਂ ਕਰ ਦਾਂਗੇ ਮਤਲਬ ਉਸ ਚੀਜ਼ ਦੀ ਨਾ ਤੁਸੀਂ ਫਿਕਰ ਕਰੋ ਕਿ ਕੋਈ ਪਿਕ ਕਰੂਗਾ ਰਹਿਣ ਦੀ ਜਗ੍ਹਾ ਹੋਊਗੀ ਜਾਂ ਨਹੀਂ ਉਹ ਕੋਈ ਨਾ ਆਪਾਂ ਰਲ ਮਿਲ ਕੇ ਕਰ ਲਾਂਗੇ ਨਾ ਆਪਣੇ ਸਾਰੇ ਵੀਰ ਭੈਣ ਹੈਗੇ ਆ ਰਲ ਕੇ ਸਾਰੇ ਉਪਰਾਲਾ ਕਰਦੇ ਆ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇੰਡੀਆ ਮਾਪੇ ਕਈ ਬੈਠੇ ਹੈਗੇ ਹਨ ਨਾ ਤੇ ਉਹਨਾਂ ਨੂੰ ਇਹੀ ਚਿੰਤਾ ਹੁੰਦੀ ਹੈ ਵੀ ਇੱਥੇ ਇੰਨੀ ਜਨਤਾ ਹੈਗੀ ਹੈ ਤੇ ਕਿਸੇ ਨੂੰ ਇਹ ਚੀਜ਼ ਦੀ ਦਿੱਕਤ ਆਉਂਦੀ ਤੇ ਉਹ ਚੀਜ਼ ਦੀ ਦਿੱਕਤ ਆਉਂਦੀ ਤੇ ਉਹਦੇ ਲਈ ਆਪਣੇ ਕੋਲ ਸਾਰਾ ਸੋਲੂਸ਼ਨ ਹੈਗਾ ਹੈ ਜੇ ਇਹ ਵੀਡੀਓ ਜਿਹੜੀ ਹੈਗੀ ਹੈ ਬਾਕੀ ਸਾਰੇ ਲੋਕੀ ਵਾਇਰਲ ਕਰਨ ਸ਼ੇਅਰ ਕਰਨ ਆਪਣੇ ਭਰਾਵਾਂ ਭੈਣਾਂ ਤੱਕ ਤਾਂ ਲੋਕਾਂ ਨੂੰ ਪਤਾ ਲੱਗ ਜੂਗੀ ਇਹ ਸਾਰੀਆਂ ਚੀਜ਼ਾਂ ਦਾ ਹਾਂਜੀ ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਟੈਕਸ ਵਗੈਰਾ ਦੀ ਇਨਫੋਰਮੇਸ਼ਨ ਹੈਗੀ ਹੈ ਤਾਂ ਕਾਈਂਡਲੀ ਸਾਡੇ ਵਿਊਅਰਸ ਲਈ ਉਹ ਵੀ ਸ਼ੇਅਰ ਕਰੋ ਕਿਉਂਕਿ ਹੁਣ ਟੈਕਸਸ ਦਾ ਜਿਵੇਂ ਸੀਜ਼ਨ ਚੱਲਦਾ ਪਿਆ ਹੈਗਾ ਆ ਟੈਕਸ ਸਾਰਿਆਂ ਨੇ ਫਾਈਲ ਕਰਨਾ ਤੇ ਉਸ ਤੋਂ ਇਲਾਵਾ ਕਈਆਂ ਨੂੰ ਪੈਸੇ ਆਏ ਵੀ ਹੈਗੇ $2000 ਤੇ ਕਈਆਂ ਨੂੰ ਨਹੀਂ ਵੀ ਆਏ ਹੈਗੇ ਆਪਣੇ ਵਿੱਚੋਂ ਵੀ ਕਈ ਜਣਿਆਂ ਨੂੰ ਪੈਸੇ ਆਏ ਹੋਏ ਨੇ ਹਾਂਜੀ ਤੇ ਉਹ ਕਿੱਦਾਂ ਤੇ ਕੀ ਪ੍ਰੋਸੈਸ ਮਾੜਾ ਜਾਂ ਸ਼ਾਰਟਲੀ ਉਹਦੇ ਲਈ ਦੱਸ ਦਿਓ ਹੁਣ ਪੈਸੇ ਜਿਹਨੀ ਲਾਸਟ ਵੀਕ ਆਈ ਥਿੰਕ ਥਰਸਡੇ ਅਪਲਾਈ ਕੀਤਾ ਉਹਨਾਂ ਦੇ ਉਦਾਂ ਵੀ ਤਾਂ 30 ਦਿਨ ਪੈਸੇ ਆ ਰਹੇ ਆ ਪਰ ਥਰਸਡੇ ਵਾਲੇ ਦੇ ਨਹੀਂ ਆਏ ਕਿਉਂਕਿ ਹੁਣ ਲੌਂਗ ਵੀਕਐਂਡ ਸੀਗਾ ਇਸ ਕਰਕੇ ਉਹਨਾਂ ਦਾ ਮੈਨੂੰ ਲੱਗਦਾ ਸ਼ਾਇਦ ਉਹ ਜਿਹੜਾ ਪ੍ਰੋਸੈਸ ਚੱਲਦਾ ਉਹਨਾਂ ਦਾ ਸਰ ਬਿਜ਼ਨਸ ਡੇ ਦੇ ਵਿੱਚ ਹੀ ਚੱਲਦਾ ਸ਼ਾਇਦ ਉਹਨਾਂ ਨੂੰ ਮੰਡੇ ਟਿਊਜ਼ਡੇ ਤੱਕ ਆ ਜਾਣਗੇ ਤੇ ਜਿਹੜਾ ਟੈਕਸ ਫਾਈਲ ਕਰਨ ਦੀ ਸੀਗੀ ਉਹ ਮੈਨੂੰ ਲੱਗਦਾ ਆਖਰੀ ਤਰੀਕ ਉਹਨੀ ਐਕਸਟੈਂਡ ਕਰਕੇ 1 ਜੂਨ ਕਰਤੀ ਸੀਗੀ ਜਿਹੜੀ ਕਿ ਪਹਿਲਾਂ ਅਪ੍ਰੈਲ ਦੇ ਐਂਡ ਤੱਕ ਹੁੰਦੀ ਹੈ ਉਹ ਹੁਣ 1 ਜੂਨ ਤੱਕ ਹੋ ਗਈ ਸੀਗੀ ਮਤਲਬ ਜਦ ਤੱਕ ਤੁਸੀਂ ਆਪਣਾ ਟੈਕਸ ਫਾਈਲ ਕਰਦੇ ਆ ਬਾਕੀ ਕਈ ਟੈਕਸ ਫਾਈਲ ਕਰਨ ਵਾਲੀਆਂ ਜ਼ਰੂਰੀ ਨਹੀਂ ਤੁਸੀਂ ਆਪ ਪਰਸਨਲੀ ਉੱਥੇ ਜਾ ਕੇ ਚੈੱਕ ਇਨ ਕਰਨਾ ਤੁਸੀਂ ਉਹਨਾਂ ਨੂੰ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਨੂੰ ਈਮੇਲ ਕਰਕੇ ਵੀ ਕਹਿ ਸਕਦੇ ਆ ਜਾਂ ਫੋਨ ਦੇ ਉੱਤੇ ਵੀ ਉਹ ਕਰ ਦਿੰਦੇ ਆ ਟੈਕਸ ਫਾਈਲ ਤੇ ਤੁਸੀਂ ਆਪਣੇ ਲਾਗੇ ਜਾ ਕੇ ਜਿਹੜੀ ਵੀ ਹੈਗੀ ਆ ਤੁਹਾਡੀ ਉਹ ਫਰਮ ਜਿਹੜੀ ਕਰ ਸਕਦੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਓ ਤੇ ਇਸ ਤੋਂ ਇਲਾਵਾ ਜਿਹੜੀ EI ਹੈਗੀ ਆ ਤੇ ਆਪਣੀ ਕੈਨੇਡਾ ਦੇ ਵੱਲੋਂ $5000 ਜਿਹੜੇ ਡਾਲਰ ਦਾ ਪਿਛਲੇ ਸਾਲ ਦੇ ਵਿੱਚ ਕੰਮ ਕੀਤਾ ਆ ਉਹਨੂੰ $2000 ਮਿਲਣਾ ਇਹ ਇਕੱਠਾ ਆਪਾਂ ਨਹੀਂ ਅਪਲਾਈ ਕਰ ਸਕਦੇ ਇਹ ਮੇਰਾ ਖਿਆਲ ਸਾਰਿਆਂ ਨੂੰ ਪਤਾ ਹੋਵੇ ਕਈਆਂ ਨੇ ਕੀਤਾ ਤੇ ਕਈਆਂ ਨੂੰ ਡਬਲ ਪੈਸੇ ਵੀ ਆ ਗਏ ਆ ਪਰ ਇਹਦੇ ਵਿੱਚ ਰਿਫੰਡ ਵੀ ਉਹ CRA ਆ ਉਹਨਾਂ ਦੇ ਕੋਲ ਇਕੱਲੇ ਬੰਦੇ ਦਾ ਰੈਕੋਰਡ ਹੈਗਾ ਉਹ ਤਾਂ ਉਹਨੇ ਵਾਪਸ ਲੈ ਲੈਣੇ ਉਹ ਆਪ ਕਹਿੰਦੇ ਹਨਾ ਤੇ ਪਰ ਮਤਲਬ ਇਹ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਤੇ ਕਿ ਆਪਾਂ ਸਿਸਟਮ ਦਾ ਅਬਿਊਜ਼ ਨਾ ਕਰੀਏ ਉਹਨੂੰ ਮਿਸਯੂਜ਼ ਨਾ ਕਰੀਏ ਤੇ ਆਪਣੇ ਸਾਰੇ ਸਟੂਡੈਂਟਾਂ ਦੇ ਵਿੱਚ ਤੇ ਹੋਰ ਵੀਰਾਂ ਭਰਾ ਭੈਣਾਂ ਦੇ ਵਿੱਚ ਵੀ ਇਹ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਅਸੀਂ ਰੈਂਟ ਲੈਂਡਲੋਰਡਸ ਨੂੰ ਲੈਂਡਲੇਡੀਜ਼ ਨੂੰ ਦਿੰਦੇ ਹੈਗੇ ਆ ਤੇ ਉਹਨਾਂ ਦਾ ਕੀ ਸਿਸਟਮ ਹੈ ਜੀ ਮੇਰੀ ਵੀ ਹੋ ਰਹੀ ਸੀਗੀ ਵੀਰੇ ਗੱਲ ਲਾਸਟ ਵੀਕ ਜਿਹੜੇ ਮਤਲਬ ਇਸ ਫੀਲਡ ਦੇ ਵਿੱਚ ਹੈਗੇ ਫੀਲਡ ਐਕਸਪਰਟ ਦੇ ਨਾਲ ਤੇ ਉਹ ਕਹਿੰਦੇ ਸੀਗੇ ਕਿ ਜਿਹੜਾ ਇਹ ਮਤਲਬ ਇੱਕ ਸਿਸਟਮ ਦੇ ਤੌਰ ਤੇ ਇਸ ਚੀਜ਼ ਨੇ ਵਰਕ ਕਰਨਾ ਹਨਾ ਹੁਣ ਜਿਵੇਂ ਜਿਹੜਾ ਜਿਨ੍ਹਾਂ ਦੀ ਮੋਰਗੇਜ ਆ ਜਿਨ੍ਹਾਂ ਦੇ ਘਰ ਦੀ ਕਿਸ਼ਤ ਜਾਂਦੀ ਆ ਉਹ ਸਰਕਾਰ ਨੇ ਕਿਹਾ ਸੀਗਾ ਉਹਨਾਂ ਦੀ ਉਹ ਡੈਫਰ ਹੋ ਜੂਗੀ 6 ਮਹੀਨੇ ਫਰੀਜ਼ ਹੋ ਜੂਗੀ 6 ਮਹੀਨੇ ਜਾਂ ਜੇ ਤੁਹਾਡਾ ਲੋਨ 25 ਸਾਲਾਂ ਦਾ ਤਾਂ 25 ਸਾਲ 6 ਮਹੀਨੇ ਦਾ ਹੋ ਜੂਗਾ ਪਰ ਉਹ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਮੈਂ ਲਾਸਟ ਵੀਕ ਗੱਲ ਹੋਈ ਸੀਗੀ ਪਿਛਲੇ ਵੀਕ ਗੱਲ ਹੋਈ ਸੀਗੀ ਉਹ ਕਹਿੰਦੇ ਕਿ ਉਹਨਾਂ ਦੀ ਪੇਮੈਂਟ ਡੈਫਰ ਨਹੀਂ ਹੋ ਰਹੀ ਹਾਲੇ ਬੈਂਕਾਂ ਉਹਨਾਂ ਦੀਆਂ ਕਰ ਨਹੀਂ ਰਹੀਆਂ ਸੋ ਓਬਵੀਅਸਲੀ ਜਦੋਂ ਉਹਨਾਂ ਨੂੰ ਨਹੀਂ ਕੋਈ ਛੋਟ ਆ ਰਹੀ ਉਹਨੇ ਵੀ ਉਹ ਪੇ ਕਰਨੀ ਹੁੰਦੀ ਆਪਣੀ ਮੋਰਗੇਜ ਹੈ ਨਾ ਤੇ ਰਾਈਟ ਨਾਓ ਉਹ ਰੈਂਟ ਦਾ ਲੈ ਕੇ ਨਹੀਂ ਕੋਈ ਕਰ ਸਕਦਾ ਪਰ ਹਾਂਜੀ ਕਈ ਹਿਊਮੈਨਿਟੇਰੀਅਨ ਬੇਸਿਸ ਤੇ ਕਈ ਕਰ ਰਹੇ ਆ ਕਈ ਲੈਂਡਲੋਰਡ ਜਿਹੜੇ ਆਪਣੇ ਟੈਨੈਂਟਸ ਨੂੰ ਛੋਟ ਦੇ ਰਹੇ ਆ ਰੈਂਟ ਘੱਟ ਵਗੈਰਾ ਕਈ ਘੱਟ ਕਰ ਰਹੇ ਆ ਬਿਲਕੁਲ ਕਰ ਰਹੇ ਆ ਜੀ ਸਾਨੂੰ ਵੀ ਕਈਆਂ ਤੋਂ ਪਤਾ ਲੱਗਾ ਹਨਾ ਬਹੁਤ ਚੰਗੀ ਗੱਲ ਆ 50% ਕਰਤਾ ਹਾਂਜੀ ਆਹੀ ਸਮਾਂ ਹੁੰਦਾ ਇੱਕ ਦੂਜੇ ਦੇ ਨਾਲ ਖੜਨ ਦਾ ਮਾੜੇ ਵੇਲੇ ਹਨਾ ਤੇ ਇਹ ਬਾਕੀ ਜਦੋਂ ਉਹ ਜਿਹੜੀ ਚੀਜ਼ ਆ ਗੋ ਥਰੂ ਹੁੰਦੀ ਆ ਮਤਲਬ ਕਿ ਡੈਫਰ ਹੋਈਆਂ ਇੰਸਟਾਲਮੈਂਟ ਤੇ ਉਸ ਤੋਂ ਬਾਅਦ ਫਿਰ ਜ਼ਰੂਰ ਮੈਨੂੰ ਲੱਗਦਾ ਜਿਹੜੇ ਸਾਰੇ ਲੈਂਡਲੋਰਡਸ ਉਹਨਾਂ ਨੂੰ ਕਰਨਾ ਚਾਹੀਦਾ ਕਿ ਆਪਣੇ ਟੈਨੈਂਟਸ ਨੂੰ ਚਾਹੇ ਕੋਈ ਹੋਵੇ ਇਕੱਲਾ ਸਟੂਡੈਂਟ ਦਾ ਨਹੀਂ ਮਸਲਾ ਬਹੁਤ ਜ਼ਿਆਦਾ ਲੋਕ ਇੱਥੇ ਰੈਂਟ ਦੇ ਉੱਤੇ ਰਹਿ ਰਹੇ ਆ GTA ਏਰੀਆ ਦੇ ਵਿੱਚ ਤੇ ਮੈਨੂੰ ਲੱਗਦਾ ਉਸ ਤੋਂ ਬਾਅਦ ਫਿਰ ਉਹ ਸਾਰੀ ਚੀਜ਼ ਚੱਲੂਗੀ ਜਦੋਂ ਲੈਂਡਲੋਰਡ ਨੇ ਨਹੀਂ ਕਹਿ ਲਓ ਬੈਂਕ ਨੂੰ ਪੇ ਕਰਨਾ ਹਨਾ ਤੇ ਉਹ ਫਿਰ ਉਹਨਾਂ ਨੂੰ ਵੀ ਗਾਂ ਫਿਰ ਆਪਣੇ ਜਿਹੜੇ ਟੈਨੈਂਟਸ ਆ ਉਹਨਾਂ ਦੇ ਨਾਲ ਉਹ ਮਤਲਬ ਉਸ ਤਰ੍ਹਾਂ ਕਰਨਾ ਚਾਹੀਦਾ ਕਿ ਤੁਸੀਂ ਵੀ ਰੈਂਟ ਨਾ ਦਿਓ ਕਿਉਂਕਿ ਉਹਨੇ ਕਿਹੜਾ ਅੱਗੇ ਦੇਣਾ ਹਨਾ ਹਾਂਜੀ ਤੇ ਆਪਣਾ ਵੀਡੀਓ ਨੂੰ ਖਤਮ ਕਰਦੇ ਹੋਏ ਤੇ ਅਸੀਂ ਤਿੰਨੇ ਜਣੇ ਤੇ ਸਾਡੀ ਟੀਮ ਤੁਹਾਨੂੰ ਸਾਰਿਆਂ ਨੂੰ ਆਹੀ ਮੈਸੇਜ ਦੇਣਾ ਚਾਹੁੰਦੀ ਹੈਗੀ ਆ ਕਿ ਸਾਡੀ ਤਾਂ ਹੁਣ ਇਹੀ ਰਿਕੁਐਸਟ ਆ ਸਾਰੇ ਵੀਰਾਂ ਭੈਣਾਂ ਨੂੰ ਕਿ ਤੁਸੀਂ ਹੁਣ ਜਿੱਦਾਂ ਦਾ ਮਾੜਾ ਟਾਈਮ ਚੱਲ ਰਿਹਾ ਹਰ ਪਾਸੇ ਹਨਾ ਆਪਣੇ ਘਰਾਂ ਦੇ ਵਿੱਚ ਰਹੋ ਜੇ ਤੁਹਾਨੂੰ ਕੋਈ ਏਦਾਂ ਦਾ ਸਿਸਟਮ ਡਿਵੈਲਪ ਹੋ ਰਿਹਾ ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰੋ ਤੇ ਕਿਉਂਕਿ ਹੁਣ 2 ਵੀਕ ਪਹਿਲਾਂ ਸਾਨੂੰ ਇੱਕ ਸਾਡੇ ਫਰੈਂਡ ਦੀ ਕਾਲ ਆਈ ਸੀਗੀ
ਤੇ ਉਹਨਾਂ ਦਾ ਕੋਈ ਜਾਣ ਪਛਾਣ ਦਾ ਬੰਦਾ ਸੀਗਾ ਤੇ ਉਹਨੂੰ ਵੀ ਜਦ ਬੁਖਾਰ ਵਗੈਰਾ ਸੀਗਾ ਤੇ ਉਹਨਾਂ ਨੂੰ ਕਾਲ ਕਰ ਰਿਹਾ ਸੀਗਾ ਉਸ ਨੰਬਰ ਤੇ। ਉਹ ਨੰਬਰ ਵੀ ਕਾਫੀ ਬਿਜ਼ੀ ਜਾ ਰਿਹਾ ਸੀਗਾ ਜਿਹੜਾ ਸਰਕਾਰ ਨੇ ਜਾਰੀ ਕੀਤਾ ਹੋਇਆ। ਤੇ ਮਤਲਬ ਇੱਦਾਂ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਗੀ, ਬਹੁਤ ਲੋਕ ਠੀਕ ਹੋ ਰਹੇ ਆ, ਸੁਧਾਰ ਹੋ ਰਿਹਾ। ਪਰ ਇਹ ਸਾਰਿਆਂ ਦੀ ਆਪਣਿਆਂ ਦੀ ਰਲ ਮਿਲ ਕੇ ਜ਼ਿੰਮੇਵਾਰੀ ਹੈ ਕਿ ਆਪਾਂ ਘਰਾਂ ਦੇ ਵਿੱਚ ਰਹੀਏ, ਆਪਾਂ ਬਾਹਰ ਨਾ ਘੁੰਮੀਏ, ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੀਏ, ਉਹਨੂੰ ਮੇਨਟੇਨ ਕਰਕੇ ਰੱਖੀਏ। ਜੇ ਕੋਈ ਚੀਜ਼ ਆਪਾਂ ਗਰੋਸਰੀ ਵੀ ਬਾਹਰੋਂ ਲਿਆਉਂਦੇ ਆ ਉਹਨਾਂ ਨੂੰ ਲਿਆ ਕੇ ਪਹਿਲਾਂ ਧੋ ਕੇ ਹੀ ਘਰ ਦੇ ਵਿੱਚ ਪਾੜੋ ਨਾ। ਤੇ ਬਾਕੀ ਹੋਰ ਸਾਡੇ ਸਟੂਡੈਂਟ ਵੀਰਾਂ ਭੈਣਾਂ ਨੂੰ ਬੇਨਤੀ ਆ ਕਿ ਜਿਹੜੇ ਹੁਣ ਵਰਕ ਪਰਮਿਟ ਤੇ ਨੇ ਜਾਂ ਫਿਰ ਜਿਹੜੇ PR ਹੋ ਗਏ ਨੇ ਜਾਂ ਕਈਆਂ ਦੇ ਬਿਜ਼ਨਸ ਵੀ ਹੁਣ ਸੈੱਟ ਹੋ ਗਏ ਨੇ, ਕਿ ਤੁਸੀਂ ਚਲੋ ਆਪਣਾ ਹੁਣ ਵਧੀਆ ਆਪਾਂ ਸਾਰੇ ਜਣੇ ਹੁਣ ਸੈੱਟ ਹੋ ਗਏ ਆ, ਪਰ ਆਪਣੇ ਜਿਹੜੇ ਹੋਰ ਨਵੇਂ ਵੀਰ ਭੈਣਾਂ ਆਪਾਂ ਉਹਨਾਂ ਦੇ ਲਈ ਖੜੀਏ, ਹਰ ਇੱਕ ਨੂੰ ਪੁੱਛੀਏ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਆ, ਤੁਹਾਨੂੰ ਕਿਸੇ ਹੈਲਪ ਦੀ ਲੋੜ ਆ, ਆਪਾਂ ਉਹਨਾਂ ਦੀ ਹੈਲਪ ਕਰੀਏ। ਜਿਹੜੇ ਨਵੇਂ ਸਟੂਡੈਂਟ ਆਏ ਆ ਜਾਂ ਫਿਰ ਜਿਨ੍ਹਾਂ ਦੀ ਹੁਣੇ ਰੀਸੈਂਟਲੀ GIC ਮੁੱਕੀ ਆ, ਉਹ ਬਹੁਤ ਜ਼ਿਆਦਾ ਪ੍ਰੋਬਲਮ 'ਚ ਨੇ, ਕਿਉਂਕਿ ਹੁਣ ਉਹਨਾਂ ਕੋਲ ਨਾ ਤਾਂ GIC ਆ ਨਾ ਉਹਨਾਂ ਕੋਲ ਅੱਗੇ ਕੰਮ ਆ, ਕਿਉਂਕਿ ਕੰਮ ਤਾਂ ਸਾਰੇ ਬੰਦ ਹੋ ਚੁੱਕੇ ਆ। ਤੇ ਫਿਰ ਹੁਣ ਇਦਾਂ ਹੀ ਆ ਕਿ ਜਿਹੜੇ ਪੁਰਾਣੇ ਸਟੂਡੈਂਟਸ ਨੇ ਹਨਾ, ਜਿਹੜੇ ਪਾਸ ਆਊਟ ਹੋਏ ਨੇ, ਜਿਹੜੇ ਵਰਕ ਪਰਮਿਟ ਤੇ ਨੇ ਜਾਂ ਫਿਰ PR ਹੋ ਗਏ ਨੇ, ਉਹਨਾਂ ਨੂੰ ਚਾਹੀਦਾ ਕਿ ਆਪਣੇ ਨਾਲ ਜਾਂ ਖੜਨ, ਉਹਨਾਂ ਦੀ ਹੈਲਪ ਕਰਨ। ਚਾਹੇ ਕਮਿਊਨਿਟੀ ਆ ਤੇ ਚਾਹੇ ਮਤਲਬ ਆਪਾਂ ਇੱਕ ਦੂਜੇ ਦੇ ਨਾਲ ਆਪਣੇ ਭੈਣ ਭਰਾਵਾਂ ਦਾ ਆਪਾਂ ਸਾਥ ਦਈਏ। ਇਹੀ ਮਾੜਾ ਟਾਈਮ ਆ, ਆਪਾਂ ਰਲ ਮਿਲ ਕੇ ਇੱਕ ਦੂਜੇ ਦਾ ਟਾਈਮ ਲੰਘਾਈਏ ਤੇ ਆਉਣ ਵਾਲਾ ਸਮਾਂ ਚਲੋ ਜ਼ਰੂਰ ਸੁਖਾਲਾ ਹੋਊਗਾ। ਤੇ ਜੇ ਕੋਈ ਸਾਡੇ ਪ੍ਰਤੀ ਤੁਹਾਨੂੰ ਕੋਈ ਕੁਐਸਚਨ ਪੁੱਛਣਾ ਤੁਸੀਂ ਸਾਨੂੰ ਤੇ ਸਾਡਾ ਫੇਸਬੁੱਕ ਤੇ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨ, ਤੁਸੀਂ ਸਾਨੂੰ ਉਹਦੇ ਤੇ ਮੈਸੇਜ ਭੇਜ ਸਕਦੇ ਹੋ। ਇੰਸਟਾਗ੍ਰਾਮ ਤੇ ਸਿੱਖ ਸਟੂਡੈਂਟ ਐਸੋਸੀਏਸ਼ਨ, Sikh_students_ ਐਸੋਸੀਏਸ਼ਨ, ਤੇ ਜਾਂ ਫਿਰ ਵੀਰ ਉਹਨਾਂ ਨੂੰ ਤੁਸੀਂ ਇਹਨਾਂ ਨੂੰ ਸੰਪਰਕ ਕਰ ਲਓ ਹਨਾ। ਤੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੀ ਹੈਲਪ ਕਰਨ ਦੀ ਜਿੰਨਾ ਕਿ ਅਸੀਂ ਕਰ ਸਕਦੇ ਹਾਂ। ਜਿਹੜੇ ਇੰਡੀਆ ਸਟੂਡੈਂਟਸ ਬੈਠੇ ਨੇ ਜਿਨ੍ਹਾਂ ਦਾ ਹੁਣੇ ਰੀਸੈਂਟਲੀ ਵੀਜ਼ਾ ਲੱਗਿਆ ਨਾ, ਉਹ ਵੀ ਥੋੜੇ ਜਿਹੇ ਪੈਨਿਕ ਨੇ, ਕਿਉਂਕਿ ਕਈ ਵਾਰੀ ਬੰਦੇ ਨੂੰ ਟੈਨਸ਼ਨ ਹੁੰਦੀ ਆ ਕਿ ਮੈਂ ਫਲਾਈਟ ਵੀ ਕਰਾਈ ਆ ਤੇ ਮੈਂ ਜਾਣਾ ਵੀ ਆ ਹਨਾ, ਤੇ ਉਹਨਾਂ ਨੂੰ ਇਹ ਵੀ ਆ ਕਿ ਕਿਤੇ ਸਾਡਾ ਵੀਜ਼ਾ ਨਾ ਕੈਂਸਲ ਹੋ ਜੇ। ਇਹ ਵੀ ਬਹੁਤ ਜਾਣਿਆਂ ਨੂੰ ਮਤਲਬ ਪ੍ਰੋਬਲਮ ਆ, ਪਰ ਇਦਾਂ ਦਾ ਕੁਝ ਨਹੀਂ ਹੋਣ ਲੱਗਿਆ। ਹੁਣ ਅੱਗੇ ਉਹਨਾਂ ਨੇ ਡੈਫਰ ਕਰਤੇ ਆ ਬਹੁਤ ਸਮੈਸਟਰ। ਤੇ ਤੁਸੀਂ ਨਾਲ ਸੀ ਕਿ ਆਨਲਾਈਨ ਸਟੱਡੀ ਉਹਨਾਂ ਨੇ ਰੀਸੈਂਟਲੀ ਮੈਂ ਦੇਖੀ ਸੀ CRA ਵਾਲਿਆਂ ਦੀ ਪੋਸਟ, ਤੇ ਉਹਨਾਂ ਨੇ ਸਪੈਸ਼ਲੀ ਇਹ ਗੱਲ ਮੈਂਸ਼ਨ ਕੀਤੀ ਸੀ ਕਿ ਜਿਹੜੀ ਸਟੱਡੀ ਤੁਹਾਡੀ ਹੁਣ ਮਈ 'ਚ ਸਟਾਰਟ ਹੋਣੀ ਸੀ, ਜਿਹੜਾ ਤੁਹਾਡਾ ਸਮੈਸਟਰ ਮਈ 'ਚ ਸਟਾਰਟ ਹੋਣਾ ਸੀ, ਉਹ ਤੁਸੀਂ ਆਨਲਾਈਨ ਆਪਣੇ ਘਰੇ ਬੈਠੇ ਕਰ ਲਓ। ਤੇ ਜਿਹੜਾ ਉਹਦਾ ਟਾਈਮ ਆ, ਕਿਉਂਕਿ ਜਿਹੜਾ ਵਰਕ ਪਰਮਿਟ ਆ ਉਹਦੇ ਲਈ ਐਲੀਜੀਬਿਲਿਟੀ ਹੁੰਦੀ ਆ ਕਿ ਤੁਸੀਂ ਇੰਨੇ ਆਰ ਸਟੱਡੀ ਕੀਤੀ ਹੋਣੀ ਚਾਹੀਦੀ ਆ। ਤੇ ਜਿਹੜੀ ਆਨਲਾਈਨ ਸਟੱਡੀ ਆ, ਉਹਨਾਂ ਨੇ ਕਿਹਾ ਸੀ ਕਿ ਉਹ ਤੁਹਾਡੀ ਮਤਲਬ ਐਲੀਜੀਬਿਲਿਟੀ ਦੇ ਵਿੱਚ ਇਨਕਲੂਡ ਹੋ ਜਾਊਗੀ, ਕਿ ਤੁਸੀਂ ਐਲੀਜੀਬਲ ਹੋ ਜਾਓਗੇ ਕਿ ਤੁਸੀਂ ਉਹ ਜਿਹੜੇ ਤੁਸੀਂ ਘਰੇ ਬਹਿ ਕੇ ਸਟੱਡੀ ਕੀਤੀ ਆ, ਉਹ ਵੀ ਮਤਲਬ ਇਹੀ ਆ ਕਿ ਤੁਸੀਂ ਕਾਲਜ ਦੇ ਵਿੱਚ ਸਟੱਡੀ ਕਰ ਰਹੇ ਹੋ, ਤੁਸੀਂ ਇਸ ਟਾਈਮ ਉੱਥੇ ਐਨਰੋਲਡ ਹੋ। ਤੇ ਉਹਦਾ ਵੀ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਜਿਨ੍ਹਾਂ ਦਾ ਵੀਜ਼ਾ ਲੱਗਿਆ ਆ। ਤੇ ਬਾਕੀ ਸਾਰੀ ਯੂਨੀਵਰਸਿਟੀ ਵੱਲੋਂ, ਕਾਲਜਾਂ ਵੱਲੋਂ ਮੇਲਸ ਤੁਹਾਨੂੰ ਆ ਜਾਣੀਆਂ, ਸਾਰੇ ਉਹਦੇ ਤੇ ਅਪਡੇਟ ਰਹੋ। ਤੇ ਬਸ ਸਾਡੇ ਵੱਲੋਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ, ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰਿਆਂ ਦਾ ਆਪਣਾ ਵੱਧ ਚੜ ਕੇ ਹਿੱਸਾ ਸਾਰੇ ਰਹਿਣ ਤੇ ਆਪਣਾ ਇੱਕ ਦੂਜੇ ਦੀ ਹੈਲਪ ਕਰਨ। ਕਿ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਜਿਵੇਂ ਇੱਥੇ ਕੈਨੇਡਾ ਦੇ ਵਿੱਚ ਘਰ ਦੇ ਵਿੱਚ ਤਾਂ ਅਸੀਂ ਸਾਰੇ ਪੰਜਾਬੀ ਰਹਿੰਦੇ ਹੀ ਹੈਗੇ ਆ, ਜਾਂ ਕਿਸੇ ਨਾ ਕਿਸੇ ਬੰਦੇ ਨਾਲ ਰਹਿੰਦੇ ਹੀ ਹੈਗੇ ਆ, ਪਰ ਹੋਰ ਵੀ ਇੱਥੇ ਕਮਿਊਨਿਟੀ ਇਦਾਂ ਦੀ ਹੈਗੀ ਆ ਵੀ ਫੋਰ ਐਗਜ਼ਾਮਪਲ ਆਪਣੀ ਗੱਲ ਕਰਾਂ, ਅਸੀਂ ਸਾਰੇ ਇੱਥੇ ਇੰਡੀਆ ਪੰਜਾਬ ਤੋਂ ਹੈਗੇ ਆ, ਤੇ ਮੈਂ ਇੱਕ ਬੰਦਾ ਉਹਨੂੰ ਵੀ ਰੱਖਿਆ ਹੈਗਾ ਪਾਕਿਸਤਾਨ ਤੋਂ, ਕਿਸੇ ਨੂੰ ਲੋੜ ਪੈ ਗਈ ਸੀ ਬੇਸਮੈਂਟ ਦੀ ਐਮਰਜੈਂਸੀ ਦੇ ਵਿੱਚ, ਤੇ ਹੁਣ ਸਾਡਾ ਇਹ ਫਰਜ਼ ਬਣਦਾ ਕਿ ਕਿਸੇ ਨੂੰ ਥੱਲੇ ਨਾ ਦਿਖਾਈਏ, ਨੀਚਾ ਜਾਂ ਉੱਚਾ ਨਾ ਦਿਖਾਈਏ ਕਿ ਹਾਂ ਤੂੰ ਇੱਥੋਂ ਆ ਜਾਂ ਉੱਥੋਂ ਆ ਕੋਈ, ਕਿਉਂਕਿ ਹੁਣ ਸਾਡੇ ਨਾਲ ਇੱਥੇ ਚਾਈਨੀਜ਼ ਵੀ ਰਹਿੰਦੇ ਹੈਗੇ ਨੇ ਤੇ ਹੋਰ ਵੀ ਫ੍ਰੈਂਚ ਵਗੈਰਾ ਸਾਰੇ ਕਈ ਲੋਕੀ ਰਹਿੰਦੇ ਹੈਗੇ ਨੇ ਹਨਾ। ਤੇ ਆਪਾਂ ਕਈ ਪੰਜਾਬੀ ਟੋਂਟ ਮਾਰਦੇ ਨੇ ਹਾਂ ਵੀ ਉਹ ਕਰੋਨਾ ਵਾਇਰਸ ਜਾਂ ਇਦਾਂ। ਇਸ ਤੋਂ ਇਲਾਵਾ ਵੀ ਆਸਟ੍ਰੇਲੀਆ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਕਿਹਾ ਹੈਗਾ ਹੈ ਕਿ ਹਾਂਜੀ ਜਿਹੜੇ ਤੁਹਾਡੇ ਇੰਟਰਨੈਸ਼ਨਲ ਸਟੂਡੈਂਟ ਜਾਂ ਕੋਈ ਵੀ ਇੱਥੇ ਇੰਡੀਆ ਹੈਗਾ ਆ, ਇੰਡੀਆ ਦਾ ਬੰਦਾ ਆ, ਉਹ ਸਾਰੇ ਜਾਣੇ ਵਾਪਸ ਚੱਲ। ਜਿਵੇਂ ਕਿ ਵੀਰ ਜੀ ਉਹਨਾਂ ਦੇ ਕਹਿਣ ਦਾ ਮੇਨ ਮਤਲਬ ਤਾਂ ਇਹੀ ਆ ਕਿ ਜਿਵੇਂ ਹੁਣ ਆਸਟ੍ਰੇਲੀਆ ਦੇ ਵਿੱਚ ਗੱਲ ਆਈ ਸੀਗੀ ਕਿ ਜਿਹੜੇ ਵਿਜ਼ਟਰ ਵੀਜ਼ੇ ਤੇ ਆ ਜਾਂ ਜਿਹੜੇ ਉੱਥੇ ਇੰਟਰਨੈਸ਼ਨਲ ਸਟੂਡੈਂਟ ਆ, ਉਹਨਾਂ ਨੂੰ ਇਹ ਕਿਹਾ ਗਿਆ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ, ਉਹਨਾਂ ਦੇ ਪ੍ਰਾਈਮ ਮਿਨਿਸਟਰ ਵੱਲੋਂ ਕਿ ਜੇ ਤੁਹਾਡੇ ਕੋਲ ਆਪਣਾ ਇੰਤਜ਼ਾਮ ਨਹੀਂ ਹੈਗਾ ਕਿ ਤੁਸੀਂ ਵਾਪਸ ਚੱਲ ਜਾਓ, ਤੁਸੀਂ ਆਪਣਾ ਵਾਪਸ ਮਤਲਬ ਆਪਣੇ ਦੇਸ਼ ਵੱਲ ਰੁੱਖ ਕਰੋ। ਤੇ ਪਰ ਉੱਥੇ ਇਹ ਗੱਲ ਮਤਲਬ ਲੜਨ ਝਗੜਨ ਦੀ ਨਹੀਂ ਕਿ ਅਸੀਂ ਵਧੀਆ ਮੁਲਕ ਬੈਠੇ ਆ, ਤੁਸੀਂ ਮਾੜੇ ਮੁਲਕ ਬੈਠੇ ਆ, ਜਿੱਦਾਂ ਜਾਂ ਫਿਰ ਸਾਡੇ ਜੋ ਕੋਈ ਕਵੇ ਕੈਨੇਡਾ ਵਾਲੇ ਜਿਵੇਂ ਹੁਣ ਵੀਡੀਓ ਪਾਉਂਦੇ ਫਿਰਨ ਕਿ ਆਸਟ੍ਰੇਲੀਆ ਦਾ ਹੈ ਜਾਂ ਕੈਨੇਡਾ ਹੈ, ਜਾਂ ਇਹ ਸਮਾਂ ਇੱਦਾਂ ਇੱਕ ਦੂਜੇ ਨੂੰ ਟੌਂਟ ਮਾਰਨ ਦਾ ਨੀਗਾ, ਉੱਚਾ ਨੀਵਾਂ ਦਿਖਾਉਣ ਦਾ ਨੀਗਾ। ਇਹ ਸਮਾਂ ਇਸ ਵੇਲੇ ਮਤਲਬ ਮਨੁੱਖਤਾ ਦੇ ਨਾਲ ਖੜਨ ਦਾ, ਇਕੱਲੇ ਮੈਂ ਸਟੂਡੈਂਟ ਦੀ ਗੱਲ ਨਹੀਂ ਕਰਦਾ, ਇਕੱਲਾ ਕਿਸੇ ਸਮਾਜ ਦੀ ਗੱਲ ਨਹੀਂ ਕਰਦਾ ਹਨਾ, ਇਹ ਸਾਰਿਆਂ ਦੇ ਨਾਲ ਖੜਨ ਦਾ।
ਤੇ ਮਤਲਬ ਗੱਲ ਤਾਂ ਇਹੀ ਆ ਕਿ ਆਪਾਂ ਸਾਰੇ ਜਾਣੇ ਆਪਾਂ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦਈਏ, ਪੈਨਿਕ ਨਾ ਹੋਈਏ, ਕਿਸੇ ਨੂੰ ਤੰਗ ਨਾ ਕਰੀਏ, ਇੱਕ ਦੂਜੇ ਦੀ ਮਦਦ ਕਰੀਏ, ਆਲਾ ਦੁਆਲਾ ਆਪਾਂ ਆਵਾਜ਼ ਕਰੀਏ, ਦੇਖੀਏ ਜੇ ਕਿਸੇ ਨੂੰ ਕਿਸੇ ਮਦਦ ਦੀ ਜ਼ਰੂਰਤ ਆ ਗਈ ਆਪਾਂ ਉਹਨਾਂ ਦੇ ਲਈ ਖੜੀਏ ਮਨੁੱਖਤਾ ਦੇ ਨਾਤੇ, ਚਾਹੇ ਉਹ ਕਿਸੇ ਵੀ ਜਾਤ ਧਰਮ ਗੋਤ ਦਾ ਬੰਦਾ ਹੋਵੇ, ਆਪਾਂ ਸਾਰਿਆਂ ਦੇ ਨਾਲ ਖੜੀਏ, ਮਤਲਬ ਸੇਵਾ ਕਰੀਏ। ਸਾਨੂੰ ਤਾਂ ਹੁਕਮ ਹੀ ਇਹ ਹੋਇਆ ਮਹਾਰਾਜ ਵੱਲੋਂ, ਤੇ ਇਸ ਕਰਕੇ ਸਾਡੀ ਤਾਂ ਇਹੀ ਬੇਨਤੀ ਆ ਸਾਰੇ ਵੱਲੋਂ। ਤੇ ਜੇ ਕੋਈ ਸਾਡੇ ਨਾਲ ਰਲ ਕੇ ਸੇਵਾ ਕਰਨੀ ਚਾਹੁੰਦਾ ਜਾਂ ਕਿਸੇ ਨੂੰ ਸਾਡੇ ਤੋਂ ਕੋਈ ਹੈਲਪ ਦੀ ਜ਼ਰੂਰਤ ਹੈਗੀ ਆ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਤੁਹਾਡੇ ਕੋਲ ਵੀਰ ਹੋਣੀ ਤੁਹਾਨੂੰ ਸਾਡਾ ਉਹ ਸੰਪਰਕ ਦੇ ਦੇਣਗੇ। ਬਾਕੀ ਜਿੰਨੇ ਵੀ ਲਿੰਕਸ ਵਗੈਰਾ ਹੈਗੇ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗੇ। ਮੈਂ ਕਹਿੰਦਾ ਵੀ ਤੁਸੀਂ ਸਾਰੇ ਜਾਣੇ ਜਿਹਨੂੰ ਵੀ ਲੋੜ ਹੈਗੀ ਅਸਲ ਦੇ ਵਿੱਚ ਉਹ ਸਾਡੀ ਗੁਰੂ ਘਰ ਦੀ ਸੇਵਾ ਦੀ ਹੈਲਪ ਲੈ ਸਕਦਾ ਹੈਗਾ ਆ। ਤੇ ਕੋਈ ਹੋਰ ਕੋਈ ਕੁਐਸਚਨ ਹੁੰਦਾ ਤਾਂ ਥੱਲੇ ਭਾਜੀ ਉਹਨਾਂ ਨੂੰ ਪੁੱਛ ਸਕਦਾ ਆ। ਤੇ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹੋਏ ਆਪਾਂ ਤੁਹਾਨੂੰ ਸਾਰਿਆਂ ਨੂੰ ਆਹੀ ਮੇਨ ਮੈਸੇਜ ਦੇਣਾ ਚਾਹੁੰਦੇ ਸੀਗੇ। ਤੇ ਹੁਣ ਸਾਡੇ ਸਾਰਿਆਂ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।